ਇਹ ਵੀਡੀਓ ਉਸ ਕੰਮ ਬਾਰੇ ਆਮ ਜਾਣਕਾਰੀ ਦੇਣ ਲਈ ਤਿਆਰ ਕੀਤੀ ਗਈ ਹੈ ਜਿਹੜਾ ਤੁਸੀਂ BC ਦੀ ਖੇਤੀਬਾੜੀ ਇੰਡਸਟਰੀ ਵਿੱਚ ਕਰ ਰਹੇ ਹੋਵੋਗੇ। ਇਹ ਵੀਡੀਓ ਨੂੰ 11 ਹਿੱਸਿਆਂ ਵਿੱਚ ਵੰਡਿਆ ਗਿਆ ਹੈ ਅਤੇ ਹਰ ਹਿੱਸਾ ਤੁਹਾਡੀ ਦਿੱਤੀ ਜਾਣ ਵਾਲੀ ਜਾਣਕਾਰੀ ਦੇ ਵੱਖਰੇ ਹਿੱਸੇ ਬਾਰੇ ਗੱਲ ਕਰਦਾ ਹੈ। ਖੇਤੀਬਾੜੀ ਇੰਡਸਟਰੀ ਦਾ ਤਕਰੀਬਨ ਹਰ ਕੰਮ ਭਾਰਾ ਹੋ ਸਕਦਾ ਹੈ। ਥਕਾਵਟ ਅਤੇ ਦਰਦਾਂ ਹੋਣ ਆਮ ਗੱਲ ਹੈ। ਕੁਝ ਕੇਸਾਂ ਵਿੱਚ ਸੱਟਾਂ ਵੀ ਲੱਗ ਸਕਦੀਆਂ ਹਨ। ਇਹਨਾਂ ਨੂੰ ਆਮ ਤੌਰ 'ਤੇ ਪੱਠਿਆਂ ਅਤੇ ਹੱਡੀਆਂ ਦੀਆਂ ਸੱਟਾਂ ਜਾਂ MSI ਆਖਿਆ ਜਾਂਦਾ ਹੈ। ਇਹ ਸੱਟਾਂ ਉਦੋਂ ਲੱਗਦੀਆਂ ਹਨ ਜਦੋਂ ਸਰੀਰ ਦੇ ਕਿਸੇ ਹਿੱਸੇ ਦਾ ਜ਼ਿਆਦਾ ਜ਼ੋਰ ਲੱਗਦਾ ਹੈ, ਜ਼ਿਆਦਾ ਖਿੱਚ ਪੈਂਦੀ ਹੈ, ਜ਼ਿਆਦਾ ਸਿੱਧਾ ਅਸਰ ਪੈਂਦਾ ਹੈ ਜਾਂ ਉਸ ਨਾਲੋਂ ਜ਼ਿਆਦਾ ਪੱਧਰ 'ਤੇ ਕੰਮ ਕਰਨਾ ਪੈਂਦਾ ਹੈ, ਜਿਸ ਲਈ ਇਹ ਤਿਆਰ ਨਹੀਂ ਹੁੰਦਾ ਹੈ। ਚੰਗੇ ਭਾਗਾਂ ਨੂੰ ਕੁਝ ਅਜਿਹੀਆਂ ਚੀਜ਼ਾਂ ਹਨ ਜਿਹੜੀਆਂ ਤੁਸੀਂ ਬੇਆਰਾਮੀ ਘੱਟ ਕਰਨ, ਸੱਟ ਤੋਂ ਬਚਣ ਅਤੇ ਜ਼ਿਆਦਾ ਸੁਰੱਖਿਆ ਨਾਲ ਕੰਮ ਕਰਨ ਲਈ ਕਰ ਸਕਦੇ ਹੋ। ਕੰਮ ਕਰਨ ਦਾ ਸੁਰੱਖਿਅਤ, ਸਹੀ ਢੰਗ ਸਰੀਰ 'ਤੇ ਘੱਟ ਤੋਂ ਘੱਟ ਬੋਝ ਪਾਉਂਦਾ ਹੈ। ਆਪਣੇ ਕੰਮ ਜਾਂ ਕੰਮ ਕਰਨ ਦੇ ਢੰਗ ਵਿੱਚ ਜੋੜਾਂ ਦੀਆਂ ਅੱਗੇ ਦੱਸੀਆਂ ਪੋਜੀਸ਼ਨਾਂ ਲਿਆਉਣ ਦੀ ਕੋਸ਼ਿਸ਼ ਕਰੋ। ਹਮੇਸ਼ਾ ਆਪਣੀ ਪਿੱਠ ਦੇ ਹੇਠਲੇ ਹਿੱਸੇ ਵਿੱਚ ਡੂੰਘ ਰੱਖਣ ਦੀ ਕੋਸ਼ਿਸ਼ ਕਰੋ। ਬਾਹਾਂ ਦਾ ਅਗਲਾ ਹਿੱਸਾ ਸਰੀਰ ਦੇ ਨੇੜੇ ਅਤੇ ਗੁੱਟ ਸਿੱਧੇ ਰੱਖਣ ਦੀ ਕੋਸ਼ਿਸ਼ ਕਰੋ। ਸਟ੍ਰੈਚ ਕਰਨਾ ਸੱਟ ਤੋਂ ਬਚਣ ਦਾ ਇੱਕ ਹੋਰ ਵਧੀਆ ਤਰੀਕਾ ਹੈ। ਸਟ੍ਰੈਚ ਕਰਨ ਦਾ ਸਭ ਤੋਂ ਵਧੀਆ ਤਰੀਕਾ ਸਟ੍ਰੈਚ ਪੁਆਇੰਟਿੰਗ ਸਟ੍ਰੈਚਿੰਗ ਨਾਂ ਦੀ ਇੱਕ ਤਕਨੀਕ ਹੈ। ਸਟ੍ਰੈਚ ਪੁਆਇੰਟਿੰਗ ਪੱਠੇ ਵਿੱਚ ਹਲਕੀ ਖਿੱਚ ਦੀ ਪਹਿਲੀ ਭਾਵਨਾ ਹੈ। ਇਹ ਹਿਲਜੁਲ ਵਿੱਚ ਥੋੜ੍ਹੀ ਜਿਹੀ ਰੋਕ ਹੈ। ਸਟ੍ਰੈਚ ਕਰਨਾ ਬਹੁਤੇ ਲੋਕਾਂ ਲਈ ਸੁਰੱਖਿਅਤ ਹੈ, ਪਰ ਜੇ ਤੁਹਾਨੂੰ ਕਮਜ਼ੋਰੀ ਮਹਿਸੂਸ ਹੋਵੇ ਜਾਂ ਦਰਦ ਜਾਂ ਬੇਰਹਿਮੀ ਹੋਵੇ ਤਾਂ ਰੁਕੋ ਅਤੇ ਫਸਟ ਏਡ ਦੇਣ ਵਾਲੇ ਵਿਅਕਤੀ ਨੂੰ ਦੱਸੋ। ਇਹ ਤਕਨੀਕ ਦੋ ਹੱਥਾਂ ਨਾਲ ਭਾਰੀਆਂ ਚੀਜ਼ਾਂ ਚੁੱਕਣ ਵੇਲੇ ਸੱਟ ਤੋਂ ਬਚਣ ਵਿੱਚ ਮਦਦ ਕਰੇਗੀ। ਚੁੱਕੀ ਜਾਣ ਵਾਲੀ ਚੀਜ਼ ਦੇ ਨੇੜੇ ਹੋਵੋ। ਆਪਣਾ ਸਿਰ ਅਤੇ ਮੋਢੇ ਉੱਪਰ ਨੂੰ ਅਤੇ ਆਪਣੇ ਪੈਰ ਮੋਢਿਆਂ ਜਿੰਨੀ ਵਿੱਥ 'ਤੇ ਰੱਖੋ। ਚੂਲੇ ਦੇ ਜੋੜਾਂ ਤੋਂ ਝੁਕੋ ਅਤੇ ਆਪਣੀ ਪਿੱਠ ਦੇ ਹੇਠਲੇ ਹਿੱਸੇ ਵਿੱਚ ਅੰਦਰ ਨੂੰ ਥੋੜ੍ਹਾ ਜਿਹਾ ਕੁੱਬ ਕਾਇਮ ਰੱਖੋ। ਮੋਢਿਆਂ ਨੂੰ ਗੋਡਿਆਂ ਤੋਂ ਬਾਹਰ ਨੂੰ ਅਤੇ ਗੋਡਿਆਂ ਨੂੰ ਪੰਜਿਆਂ ਤੋਂ ਬਾਹਰ ਨੂੰ ਰੱਖਣ ਦੀ ਕੋਸ਼ਿਸ਼ ਕਰੋ। ਪੈਰਾਂ ਨਾਲ ਕਦਮ ਚੁੱਕੋ ਅਤੇ ਮੁੜੋ, ਪਿੱਠ ਨਾਲ ਨਹੀਂ। ਭਾਰ ਚੁੱਕਣ ਵੇਲੇ ਆਪਣਾ ਸਾਹ ਨਾ ਰੋਕੋ। ਇਹ ਤਕਨੀਕ ਇੱਕ ਹੱਥ ਨਾਲ ਹਲਕੀਆਂ ਚੀਜ਼ਾਂ ਚੁੱਕਣ ਵੇਲੇ ਸੱਟ ਤੋਂ ਬਚਣ ਵਿੱਚ ਮਦਦ ਕਰੇਗੀ। ਜੰਗਲੇ ਜਾਂ ਫੈਂਸ ਵਰਗੀ ਕਿਸੇ ਠੋਸ ਚੀਜ਼ ਨੂੰ ਫੜ ਕੇ ਰੱਖਦੇ ਹੋਏ ਸਰੀਰ ਦੇ ਉੱਪਰਲੇ ਹਿੱਸੇ ਨੂੰ ਆਸਰਾ ਦੇਣ ਲਈ ਇੱਕ ਬਾਂਹ ਦੀ ਵਰਤੋਂ ਕਰੋ। ਇੱਕ ਲੱਤ ਨੂੰ ਆਪਣੇ ਪਿੱਛੇ ਚੁੱਕ ਹੋਣ ਦਿਓ ਤਾਂ ਜੋ ਤੁਸੀਂ ਆਪਣੀ ਪਿੱਠ ਦੇ ਹੇਠਲਾ ਹਿੱਸਾ ਵਿਚਲਾ ਉਹ ਕੁੱਬ ਥੋੜ੍ਹਾ ਜਿਹਾ ਅੰਦਰ ਨੂੰ ਰੱਖ ਸਕੋ। ਆਪਣੇ ਚੂਲੇ ਦੇ ਜੋੜ 'ਤੇ ਘੁੰਮੋ ਅਤੇ ਹਲਕੀਆਂ ਚੀਜ਼ਾਂ ਚੁੱਕਣ ਲਈ ਅਗਾਂਹ ਨੂੰ ਝੁਕੋ। ਉਹ ਲੱਤ ਦਾ ਗੋਡਾ ਥੋੜ੍ਹਾ ਜਿਹਾ ਮੋੜ ਕੇ ਰੱਖੋ ਜਿਸ 'ਤੇ ਤੁਸੀਂ ਖੜ੍ਹੇ ਹੋ। ਮਨੁੱਖੀ ਸਰੀਰ ਆਪਣਾ ਤਾਪਮਾਨ 36 ਸੈਲਸੀਅਸ ਅਤੇ 38 ਸੈਲਸੀਅਸ ਦੇ ਵਿਚਕਾਰ ਰੱਖਦਾ ਹੈ। ਜਦੋਂ ਸਰੀਰ ਦਾ ਤਾਪਮਾਨ ਇਸ ਸੀਮਾ ਤੋਂ ਵੱਧ ਜਾਂਦਾ ਹੈ ਤਾਂ ਸਰੀਰ ਵਿੱਚ ਵਾਧੂ ਗਰਮੀ ਤੋਂ ਛੁਟਕਾਰਾ ਪਾਉਣ ਲਈ ਜਵਾਬੀ ਕਾਰਵਾਈ ਕਰਦਾ ਹੈ। ਜੇ ਸਰੀਰ ਵਿੱਚ ਉਸ ਨਾਲ ਜ਼ਿਆਦਾ ਗਰਮੀ ਤੇਜ਼ੀ ਨਾਲ ਵੱਧਦੀ ਜਾਵੇ ਜਿੰਨੀ ਤੋਂ ਇਹ ਛੁਟਕਾਰਾ ਪਾ ਸਕਦਾ ਹੈ ਤਾਂ ਸਰੀਰ ਦਾ ਤਾਪਮਾਨ ਵੱਧ ਜਾਂਦਾ ਹੈ ਅਤੇ ਉਸ ਵਿਅਕਤੀ 'ਤੇ ਗਰਮੀ ਦਾ ਬੋਝ ਯਾਨੀ ਕਿ ਸਟ੍ਰੈਸ ਪੈਂਦਾ ਹੈ। ਗਰਮੀ ਦੇ ਬੋਝ ਦਾ ਕਾਰਨ ਬਣਨ ਵਾਲੇ ਪੱਖ ਹਨ: ਜ਼ਿਆਦਾ ਤਾਪਮਾਨ ਅਤੇ ਸਿੱਲ, ਸਿੱਧੀ ਧੁੱਪ ਜਾਂ ਗਰਮੀ, ਹਵਾ ਸੀਮਤ ਵਗਣਾ, ਥਕਾਵਟ, ਸਰੀਰਕ ਕਮਜ਼ੋਰੀ, ਹਾਲਤਾਂ ਲਈ ਅਣਢੁਕਵੇਂ ਕੱਪੜੇ, ਕੋਈ ਬਿਮਾਰੀ ਹੋਣਾ, ਕੁਝ ਦਵਾਈਆਂ, ਪਾਣੀ ਘਟਣਾ ਅਤੇ ਗਰਮੀ ਝੱਲਣ ਦੀ ਘੱਟ ਸ਼ਕਤੀ। ਗਰਮੀ ਦੇ ਬੋਝ ਦੇ ਵਿਗਾੜ ਦੇ ਮੁੱਖ 3 ਪੱਧਰ ਹਨ: ਢਿੱਡ ਪੀੜ, ਗਰਮੀ ਦੀ ਥਕਾਵਟ ਅਤੇ ਹੀਟ ਸਟ੍ਰੋਕ। ਹਰ ਪੱਧਰ ਵੱਧ ਕੇ ਜ਼ਿਆਦਾ ਗੰਭੀਰ ਹੋਈ ਜਾਂਦਾ ਹੈ। ਪੱਠਿਆਂ ਵਿੱਚ ਕੜਵੱਲ ਪਸੀਨੇ ਰਾਹੀਂ ਬਹੁਤ ਜ਼ਿਆਦਾ ਲੂਣ ਨਿਕਲਣ ਨਾਲ ਪੈਂਦੇ ਹਨ। ਨਿਸ਼ਾਨੀਆਂ ਵਿੱਚ ਪੱਠਿਆਂ ਵਿੱਚ ਦਰਦ ਹੋਣਾ, ਚੀਸਾਂ ਪੈਣਾ ਅਤੇ ਬਹੁਤ ਜ਼ਿਆਦਾ ਪਸੀਨਾ ਆਉਣਾ ਸ਼ਾਮਲ ਹਨ।
ਗਰਮੀ ਦੀ ਥਕਾਵਟ ਪਾਣੀ ਅਤੇ ਲੂਣ ਦੋਨੋਂ ਘਟਣ ਨਾਲ ਅਤੇ ਥਕਾਵਟ ਦੌਰਾਨ ਜ਼ਿਆਦਾ ਸਮਾਂ ਪਸੀਨੇ ਆਉਂਦੇ ਰਹਿਣ ਨਾਲ ਹੁੰਦੀ ਹੈ। ਨਿਸ਼ਾਨੀਆਂ ਵਿੱਚ ਸ਼ਾਮਲ ਹਨ ਓਪਰਾ ਸਾਹ ਆਉਣਾ, ਤੇਜ਼ ਸਾਹ ਲੈਣਾ, ਕਮਜ਼ੋਰ ਜਾਂ ਤੇਜ਼ ਨਬਜ਼, ਠੰਡੀ, ਪੀਲੀ, ਚਿਪਚਿਪੀ ਚਮੜੀ, ਪਸੀਨਾ ਆਉਣਾ, ਕਮਜ਼ੋਰੀ, ਥਕਾਵਟ, ਚੱਕਰ ਆਉਣਾ, ਸਿਰ ਦਰਦ ਅਤੇ ਉਬਤ ਆਉਣਾ, ਨਿਢਾਲ ਹੋਣਾ, ਪੱਠਿਆਂ ਵਿੱਚ ਕੜਵੱਲ ਪੈਣਾ, ਮੂਡ ਵਿੱਚ ਤਬਦੀਲੀਆਂ ਅਤੇ ਪੇਟ ਵਿੱਚ ਗੜਬੜ ਜਾਂ ਉਲਟੀਆਂ ਆਉਣਾ। ਹੀਟ ਸਟ੍ਰੋਕ ਉਦੋਂ ਹੁੰਦਾ ਹੈ ਜਦੋਂ ਗਰਮੀ ਘਟਾਉਣ ਵਾਲੇ ਸਰੀਰ ਦੇ ਸਿਸਟਮ 'ਤੇ ਬਹੁਤ ਜ਼ਿਆਦਾ ਬੋਝ ਪੈਂਦਾ ਹੈ ਅਤੇ ਇਹ ਫੇਲ ਹੋ ਜਾਂਦਾ ਹੈ। ਇਹ ਇੱਕ ਜ਼ਿੰਦਗੀ ਨੂੰ ਖਤਰੇ ਵਿੱਚ ਪਾਉਣ ਵਾਲੀ ਹਾਲਤ ਹੈ ਜਿਸ ਵਿੱਚ ਸਰੀਰ ਦਾ ਅੰਦਰਲਾ ਤਾਪਮਾਨ 41°C ਤੋਂ ਵੱਧ ਜਾਂਦਾ ਹੈ। ਫੌਰੀ ਮੁੱਢਲੀ ਸਹਾਇਤਾ ਤੋਂ ਬਿਨਾਂ ਨਤੀਜਾ ਬੇਹੋਸ਼ੀ, ਦਿਮਾਗ 'ਤੇ ਪੱਕਾ ਨੁਕਸਾਨ ਜਾਂ ਮੌਤ ਵਿੱਚ ਨਿਕਲ ਸਕਦਾ ਹੈ। ਨਿਸ਼ਾਨੀਆਂ ਵਿੱਚ ਸ਼ਾਮਲ ਹਨ ਗਰਮ, ਖੁਸ਼ਕ, ਗੁਲਾਬੀ ਚਮੜੀ, ਪਸੀਨਾ ਨਾ ਆਉਣਾ, ਘਬਰਾਹਟ, ਪਰੇਸ਼ਾਨੀ, ਸੋਜੀ ਘਟਣਾ, ਸਿਰ ਦਰਦ, ਉਬਤ ਅਤੇ ਉਲਟੀਆਂ ਆਉਣਾ, ਸੀਜ਼ਰ, ਸਾਹ ਤੇਜ਼ ਹੋਣਾ, ਨਬਜ਼ ਬੇਨਾਮੀ ਚੱਲਣਾ, ਝਟਕਾ ਲੱਗਣਾ ਅਤੇ ਦਿਲ ਫੇਲ ਹੋਣਾ। ਗਰਮੀ ਦੇ ਬੋਝ ਤੋਂ ਰੋਕਥਾਮ ਕਰਨ ਲਈ ਗਰਮੀ ਦੇ ਵਿਗਾੜ ਦੀਆਂ ਨਿਸ਼ਾਨੀਆਂ ਅਤੇ ਲੱਛਣ ਜਾਣੋ। ਆਪਣੇ ਸਰੀਰ ਨੂੰ ਅਨੁਕੂਲ ਬਣਾਓ। ਆਪਣੇ ਆਪ ਨੂੰ ਹੌਲੀ-ਹੌਲੀ ਗਰਮੀ ਤੇ ਕੰਮ ਵਿੱਚ ਲਿਆਓ। ਤੁਹਾਨੂੰ ਉਹਨਾਂ ਹਾਲਤਾਂ ਵਿੱਚ ਇਕੱਲਿਆਂ ਕੰਮ ਨਹੀਂ ਕਰਨਾ ਚਾਹੀਦਾ ਜਿੱਥੇ ਗਰਮੀ ਦਾ ਬੋਝ ਸੰਭਵ ਹੋਵੇ। ਸਿੱਧੀ ਧੁੱਪ ਜਾਂ ਗਰਮੀ ਦੇ ਹੋਰ ਸਰੋਤਾਂ ਨੂੰ ਰੋਕੋ। ਕੰਮ ਤੋਂ ਪਹਿਲਾਂ, ਕੰਮ ਦੌਰਾਨ ਅਤੇ ਬਾਅਦ ਵਿੱਚ ਅਕਸਰ ਪਾਣੀ ਪੀਓ। ਪਿਆਸ ਲੱਗਣ ਤੱਕ ਪਾਣੀ ਪੀਣ ਦੀ ਉਡੀਕ ਨਾ ਕਰੋ। ਜਦੋਂ ਵੀ ਸੰਭਵ ਹੋਵੇ, ਠੰਡੇ ਜਾਂ ਚੰਗੀ ਹਵਾਦਾਰ ਥਾਂ ਵਿੱਚ ਆਰਾਮ ਕਰੋ। ਭਾਰੀ ਖਾਣਿਆਂ, ਸ਼ਰਾਬ ਜਾਂ ਕੈਫੀਨ ਵਾਲੀਆਂ ਪੀਣ ਵਾਲੀਆਂ ਚੀਜ਼ਾਂ ਤੋਂ ਪਰਹੇਜ਼ ਕਰੋ। ਹਲਕੇ, ਫਿੱਕੇ ਰੰਗਾਂ ਦੇ, ਢਿੱਲੀ ਫਿਟਿੰਗ ਵਾਲੇ ਕੱਪੜੇ ਪਾਓ। ਫਾਰਮ ਤੇ ਹੋਰ ਖਤਰਿਆਂ ਦੇ ਮੁਕਾਬਲੇ ਕੀੜੇਮਾਰ ਦਵਾਈਆਂ ਦੇ ਮਾੜੇ ਅਸਰ ਦੋਨੋਂ ਫੌਰਨ ਅਤੇ ਲੰਮੇ ਸਮੇਂ ਦੌਰਾਨ ਮਹਿਸੂਸ ਕੀਤੇ ਜਾਂਦੇ ਹਨ। ਗਾੜ੍ਹੇ ਰੂਪ ਵਿੱਚ ਕੀੜੇਮਾਰ ਦਵਾਈਆਂ ਸਭ ਤੋਂ ਜ਼ਿਆਦਾ ਖਤਰਨਾਕ ਹਨ। ਬਹੁਤੇ ਫਾਰਮਾਂ 'ਤੇ ਇਸ ਦਾ ਮਤਲਬ ਹੈ ਕਿ ਜਦੋਂ ਉਹ ਸਟੋਰੇਜ ਵਿੱਚ ਹੁੰਦੀਆਂ ਹਨ, ਕੀੜੇਮਾਰ ਦਵਾਈਆਂ ਸਰੀਰ ਵਿੱਚ ਮੁੱਖ ਤੌਰ 'ਤੇ ਚਮੜੀ ਨਾਲ ਲੱਗਣ ਜਾਂ ਇਸ ਦੀ ਹਵਾੜ ਵਿੱਚ ਸਾਹ ਲੈਣ ਨਾਲ ਜਾਂਦੀਆਂ ਹਨ। ਕੀੜੇਮਾਰ ਦਵਾਈਆਂ ਦੀ ਜ਼ਹਿਰ ਦੀਆਂ ਕੁਝ ਨਿਸ਼ਾਨੀਆਂ ਵਿੱਚ ਤਾਮਿਲ ਨਾ ਰਹਿਣਾ, ਚੱਕਰ ਆਉਣੇ, ਭੰਬਲ ਭੂਸੇ ਵਿੱਚ ਹੋਣਾ, ਉਬਤ ਆਉਣੇ, ਸਿਰ ਦਰਦ, ਸਾਫ਼ ਨਾ ਬੋਲ ਹੋਣਾ ਅਤੇ ਪਸੀਨਾ ਆਉਣਾ ਸ਼ਾਮਲ ਹਨ। ਜੇ ਕੀੜੇਮਾਰ ਦਵਾਈਆਂ ਤੁਹਾਡੇ ਫਾਰਮ 'ਤੇ ਰੱਖੀਆਂ ਗਈਆਂ ਹਨ ਤਾਂ ਇਹਨਾਂ ਨਾਲ ਜ਼ਿੰਦਾ ਲੱਗੀ ਥਾਂ 'ਤੇ ਹੋਣਾ ਜ਼ਰੂਰੀ ਹੈ ਅਤੇ ਤੁਹਾਡੀ ਭਾਸ਼ਾ ਵਿੱਚ ਕੈਮੀਕਲ ਨੂੰ ਸਟੋਰ ਕਰਨ ਦਾ ਸਾਈਨ ਲੱਗਾ ਹੋਣਾ ਜ਼ਰੂਰੀ ਹੈ। ਸਪਰੇਅ ਵਾਲੇ ਕਿਸੇ ਖੇਤ ਵਿੱਚ ਦਾਖਲ ਹੋਣ ਤੋਂ ਪਹਿਲਾਂ ਸਦਾ ਦਾਖਲ ਹੋਣ ਦੇ ਸਾਈਨ ਵੱਲ ਵੇਖੋ। ਆਪਣੇ ਸੁਪਰਵਾਈਜ਼ਰ ਨੂੰ ਪੁੱਛੋ, ਕਿਸ ਚੀਜ਼ ਦੀ ਸਪਰੇਅ ਕੀਤੀ ਗਈ ਹੈ, ਇਹ ਕਦੋਂ ਕੀਤੀ ਗਈ ਸੀ, ਮੁੜ ਕੇ ਦੁਬਾਰਾ ਦਾਖਲ ਹੋਣਾ ਕਦੋਂ ਸੁਰੱਖਿਅਤ ਹੈ ਅਤੇ ਮੈਨੂੰ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਇੱਕ ਆਮ ਨਿਯਮ ਵਜੋਂ ਉਹਨਾਂ ਥਾਵਾਂ ਵਿੱਚ ਜਾਣ ਤੋਂ ਪਰਹੇਜ਼ ਕਰੋ ਜਿੱਥੇ ਕੀੜੇਮਾਰ ਦਵਾਈਆਂ ਰਲਾਈਆਂ, ਲੱਦੀਆਂ, ਸਾਂਭੀਆਂ, ਸੁੱਟੀਆਂ ਜਾਂਦੀਆਂ ਹਨ ਜਾਂ ਸਪਲਾਈ ਕੀਤੀ ਜਾਂਦੀਆਂ ਹਨ। WHMIS ਵਰਕਪਲੇਸ ਹੈਜ਼ਰਡਸ ਮਟੀਰੀਅਲ ਇਨਫੋਰਮੇਸ਼ਨ ਸਿਸਟਮ ਦਾ ਛੋਟਾ ਨਾਂ ਹੈ, ਜਿਸ ਤੋਂ ਭਾਵ ਕੰਮ ਵਾਲੀ ਥਾਂ 'ਤੇ ਖਤਰਨਾਕ ਸਮੱਗਰੀ ਬਾਰੇ ਜਾਣਕਾਰੀ ਦੇਣ ਦਾ ਸਿਸਟਮ ਹੈ। ਖਤਰਨਾਕ ਸਮੱਗਰੀ ਦੀ ਪਛਾਣ ਵਸਤ 'ਤੇ ਲੱਗੇ ਲੇਬਲ ਤੋਂ ਹੁੰਦੀ ਹੈ ਜੋ ਕਿ ਜ਼ਰੂਰੀ ਜਾਣਕਾਰੀ ਦਿੰਦਾ ਹੈ। ਕੰਟਰੋਲਸ਼ੁਦਾ ਵਸਤਾਂ ਦੀਆਂ 6 ਕਲਾਸਾਂ ਹਨ। ਕਲਾਸ A ਕੰਪਰੈਸਡ ਗੈਸ, ਕਲਾਸ B ਅੱਗ ਲੱਗਣਯੋਗ ਅਤੇ ਬਲਣਯੋਗ ਸਮੱਗਰੀ, ਕਲਾਸ C ਜੰਗਾਲ ਲੱਗਣਯੋਗ ਸਮੱਗਰੀ, ਕਲਾਸ D ਜ਼ਹਿਰੀਲੀ ਅਤੇ ਛੂਤ ਵਾਲੀ ਸਮੱਗਰੀ, ਕਲਾਸ E ਖੋਣਯੋਗ ਸਮੱਗਰੀ, ਕਲਾਸ F ਖਤਰਨਾਕ ਤਰੀਕੇ ਨਾਲ ਰਿਐਕਟਿਵ ਸਮੱਗਰੀ। WHMIS ਇਹ ਮੰਗ ਕਰਦਾ ਹੈ
ਕਿ ਸਾਰੀਆਂ ਖਤਰਨਾਕ ਵਸਤਾਂ ਉੱਪਰ ਲੇਬਲ ਲਾਉਣਾ ਜ਼ਰੂਰੀ ਹੈ। ਪਛਾਣ ਦੇ ਹੋਰ ਤਰੀਕਿਆਂ ਵਿੱਚ ਬੋਰਡ ਲਾਉਣਾ, ਵਾਰਨਿੰਗ ਸਾਈਨ ਅਤੇ ਰੰਗਾਂ ਦੇ ਕੋਡ ਸ਼ਾਮਲ ਹਨ। ਵਿਮਸ ਲੇਬਲਾਂ ਦਾ ਮੰਤਵ ਵਰਕਰਾਂ ਨੂੰ ਕੰਟਰੋਲਸ਼ੁਦਾ ਵਸਤਾਂ ਦੇ ਖਤਰਿਆਂ ਬਾਰੇ ਖਬਰਦਾਰ ਕਰਨਾ ਅਤੇ ਸੁਰੱਖਿਆ ਵਰਤੋਂ ਲਈ ਹਦਾਇਤਾਂ ਦੇਣਾ ਹੈ। ਖਾਣ ਤੋਂ ਪਹਿਲਾਂ ਅਤੇ ਖਾਣ ਤੋਂ ਬਾਅਦ ਆਪਣੇ ਚਿਹਰੇ, ਮੂੰਹ ਜਾਂ ਅੱਖਾਂ ਨੂੰ ਹੱਥ ਲਾਉਣ ਤੋਂ ਪਹਿਲਾਂ, ਕੰਮ ਨੂੰ ਵਾਪਸ ਜਾਣ ਤੋਂ ਪਹਿਲਾਂ, ਸਿਗਰਟ ਪੀਣ ਤੋਂ ਪਹਿਲਾਂ ਜਾਂ ਵਾਸ਼ਰੂਮ ਵਰਤਣ ਤੋਂ ਬਾਅਦ ਸਦਾ ਆਪਣੇ ਹੱਥ ਧੋਵੋ। ਚੱਲਦੇ ਗਰਮ ਪਾਣੀ ਨਾਲ ਹੱਥ ਗਿੱਲੇ ਕਰੋ। ਸਾਬਣ ਦੀ ਬਾਰ ਜਾਂ ਤਰਲ ਸਾਬਣ ਵਰਤੋ। ਘੱਟੋ ਘੱਟ 20 ਸਕਿੰਟਾਂ ਲਈ ਹੱਥ 'ਤੇ ਚੰਗੀ ਤਰ੍ਹਾਂ ਝੱਗ ਕਰੋ। ਉਹਨਾਂ ਜਰਾਸੀਮਾਂ ਵੱਲ ਖਾਸ ਧਿਆਨ ਦਿਓ ਜਿਹੜੇ ਨਹੁੰਾਂ ਥੱਲੇ ਅਤੇ ਤੇੜਾਂ ਵਿੱਚ ਫਸੇ ਹੋ ਸਕਦੇ ਹਨ। ਸਾਰਾ ਸਾਬਣ ਲਾਉਣ ਲਈ ਹੱਥਾਂ ਨੂੰ ਚੰਗੀ ਤਰ੍ਹਾਂ ਧੋਵੋ। ਪੇਪਰ ਤੌਲੀਏ ਨਾਲ ਹੱਥਾਂ ਨੂੰ ਚੰਗੀ ਤਰ੍ਹਾਂ ਸੁਕਾਓ। ਹੱਥ ਧੋਣ ਤੋਂ ਬਾਅਦ ਪਾਣੀ ਦੀ ਟੂਟੀ ਨੂੰ ਬੰਦ ਕਰਨ ਲਈ ਪੇਪਰ ਤੌਲੀਏ ਦੀ ਵਰਤੋਂ ਕਰੋ। ਪੇਪਰ ਤੌਲੀਏ ਨੂੰ ਗਾਰਵੇ ਵਿੱਚ ਸੁੱਟੋ। ਬੰਦਸ਼ਾਂ ਵਾਲੀ ਥਾਂ ਉਹ ਸੀਮਤ ਥਾਂ ਹੈ ਜੋ ਬੰਦ ਜਾਂ ਥੋੜ੍ਹੀ ਬੰਦ ਹੁੰਦੀ ਹੈ। ਇਹ ਉਹ ਥਾਂ ਹੈ ਜੋ ਕਿ ਰੋਜ਼ਮਰਾ ਦੇ ਤੌਰ 'ਤੇ ਕਿਸੇ ਵਿਅਕਤੀ ਦੇ ਕੰਮ ਕਰਨ ਲਈ ਤਿਆਰ ਨਹੀਂ ਕੀਤੀ ਗਈ ਹੁੰਦੀ। ਬੰਦਸ਼ਾਂ ਵਾਲੀਆਂ ਥਾਵਾਂ ਵਿੱਚ ਦਾਖਲਾ ਬਹੁਤ ਖਤਰਨਾਕ ਹੋ ਸਕਦਾ ਹੈ। ਕਿਸੇ ਵਰਕਰ ਨੂੰ ਉਦੋਂ ਹੀ ਬੰਦਸ਼ਾਂ ਵਾਲੀ ਥਾਂ ਵਿੱਚ ਦਾਖਲ ਹੋਇਆ ਸਮਝ ਲਿਆ ਜਾਂਦਾ ਹੈ ਜਦੋਂ ਉਸ ਦਾ ਸਿਰ ਖੁੱਲ੍ਹੀ ਥਾਂ ਨੂੰ ਕ੍ਰਾਸ ਕਰ ਜਾਂਦਾ ਹੈ। ਜੇ ਤੁਸੀਂ ਸਹੀ ਤਰ੍ਹਾਂ ਟ੍ਰੇਨਿੰਗ ਨਹੀਂ ਲਈ ਹੋਈ ਅਤੇ ਢੁਕਵੇਂ ਸਾਜ਼ ਸਮਾਨ ਅਤੇ ਤਰੀਕਿਆਂ ਦੀ ਮੌਜੂਦਗੀ ਤੋਂ ਬਿਨਾਂ ਕਦੇ ਵੀ ਬੰਦਸ਼ਾਂ ਵਾਲੀ ਥਾਂ ਵਿੱਚ ਨਾ ਜਾਓ। ਕੰਮਾਂ ਦੀਆਂ ਬਹੁਤੀਆਂ ਥਾਵਾਂ 'ਤੇ ਖਤਰਿਆਂ ਦੀ ਵਾਰਨਿੰਗ ਦੇਣ ਵਾਲੇ ਨਿਸ਼ਾਨ ਮੌਜੂਦ ਹੋਣਗੇ। ਉਹਨਾਂ ਵਰਕਰਾਂ ਨੂੰ ਖਤਰਿਆਂ ਅਤੇ ਸੱਟਾਂ ਲੱਗਣ ਦੀ ਸੰਭਾਵਨਾ ਦੀ ਚੇਤਾਵਨੀ ਦੇਣ ਲਈ ਹੁੰਦੇ ਹਨ। ਸੰਭਵ ਤੌਰ 'ਤੇ ਸਾਰੀ ਮਸ਼ੀਨਰੀ ਖਤਰਨਾਕ ਹੈ। ਮਸ਼ੀਨਰੀ ਦੇ ਨੇੜੇ ਹੋਣ 'ਤੇ ਕੁਝ ਮਹੱਤਵਪੂਰਨ ਸਾਵਧਾਨੀਆਂ ਵਰਤਣ ਨਾਲ ਸੱਟਾਂ ਅਤੇ ਮੌਤ ਤੋਂ ਬਚਿਆ ਜਾ ਸਕਦਾ ਹੈ। ਆਪਣੇ ਆਲੇ ਦੁਆਲੇ ਤੋਂ ਸੁਚੇਤ ਰਹੋ। ਸੁਰੱਖਿਅਤ ਫਾਸਲਾ ਰੱਖੋ। ਇਹ ਪੱਕਾ ਕਰੋ ਕਿ ਚਲਾਉਣ ਵਾਲੇ ਨੂੰ ਇਹ ਪਤਾ ਹੋਵੇ ਕਿ ਤੁਸੀਂ ਇਸ ਏਰੀਏ ਵਿੱਚ ਕੰਮ ਕਰ ਰਹੇ ਹੋ। ਜਦੋਂ ਤੁਹਾਡੇ ਲਈ ਮਸ਼ੀਨਰੀ ਦੇ ਨੇੜੇ ਕੰਮ ਕਰਨਾ ਜ਼ਰੂਰੀ ਹੋਵੇ ਤਾਂ ਇਹਨਾਂ ਚੀਜ਼ਾਂ ਦਾ ਧਿਆਨ ਰੱਖੋ। ਉੱਚਾ ਸ਼ੋਰ ਅਤੇ ਇੰਜਨ ਦਾ ਧੂੰਆਂ, ਢੁਕਵੇਂ PPE ਪਾਓ। ਮਕੈਨੀਕਲ ਮੋਟਰਾਂ ਵਿੱਚ ਫਸਣਾ, ਲੰਮੇ ਜਾਂ ਢਿੱਲੇ ਕੱਪੜੇ ਨਾ ਪਾਓ। ਲੰਮੇ ਵਾਲਾਂ ਨੂੰ ਪਿੱਛੇ ਬੰਨੋ। ਚੂੰਡੀ ਪੁਆਇੰਟ, ਇਹ ਪੱਕਾ ਕਰੋ ਕਿ ਸੇਫਟੀ ਗਾਰਡ ਲੱਗੇ ਹਨ। ਉੱਤੋਂ ਦੀ ਲੰਘਣ ਦੇ ਖਤਰੇ, ਇਹ ਪੱਕਾ ਕਰੋ ਤੁਸੀਂ ਮਸ਼ੀਨਾਂ ਦੇ ਰਾਹ ਵਿੱਚ ਨਹੀਂ ਹੋ। ਤੁਰਨ ਤੋਂ ਪਹਿਲਾਂ ਦੇਖੋ। ਕਦੇ ਵੀ ਸਾਜ਼ਮਾਨ 'ਤੇ ਨਾ ਚੜ੍ਹੋ। ਸਿਰਫ ਟ੍ਰੇਨਡ ਅਤੇ ਅਧਿਕਾਰਤ ਵਰਕਰਾਂ ਨੂੰ ਹੀ ਮਸ਼ੀਨਰੀ ਚਲਾਉਣ ਦੀ ਆਗਿਆ ਹੈ। ਫਾਰਮਾਂ ਵਿੱਚ ਮਾਰੂ ਘਟਨਾਵਾਂ ਦਾ ਸਭ ਤੋਂ ਵੱਡਾ ਕਾਰਨ ਟਰੈਕਟਰ ਹਨ। ਕੰਮ ਦੀ ਸੁਰੱਖਿਅਤ ਅਮਲਾਂ ਦੀ ਪਾਲਣਾ ਕਰਨਾ ਟਰੈਕਟਰਾਂ ਨਾਲ ਸੰਬੰਧਿਤ ਸੱਟਾਂ ਤੋਂ ਬਚਾਅ ਕਰਨ ਵਿੱਚ ਮਦਦ ਮਿਲਦੀ ਹੈ। ਉਹ ਸਾਰੀਆਂ ਸਾਵਧਾਨੀਆਂ ਵਰਤੋ ਜਿਹੜੀਆਂ ਤੁਸੀਂ ਕਿਸੇ ਦੀ ਮਸ਼ੀਨਰੀ ਦੇ ਦੁਆਲੇ ਵਰਤੋਗੇ। ਆਪਣੇ ਆਲੇ ਦੁਆਲੇ ਤੋਂ ਸੁਚੇਤ ਰਹੋ। ਸੁਰੱਖਿਅਤ ਫਾਸਲਾ ਰੱਖੋ ਅਤੇ ਇਹ ਪੱਕਾ ਕਰੋ ਚਲਾਉਣ ਵਾਲੇ ਨੂੰ ਇਹ ਪਤਾ ਹੋਵੇ ਕਿ ਤੁਸੀਂ ਉੱਥੇ ਕੰਮ ਕਰ ਰਹੇ ਹੋ। ਇਸ ਦੇ ਨਾਲ ਹੀ ਉੱਚੇ ਸ਼ੋਰ ਅਤੇ ਇੰਜਨ ਦੇ ਧੂੰਏ, ਮਕੈਨੀਕਲ ਮੋਟਰਾਂ ਵਿੱਚ ਫਸਣ, ਚੂੰਡੀ ਪੁਆਇੰਟਾਂ ਅਤੇ ਉੱਤੋਂ ਦੀ ਲੰਘਣ ਦੇ ਖਤਰਿਆਂ ਤੋਂ ਆਪਣਾ ਬਚਾਅ ਕਰੋ। ਟਰੈਕਟਰ ਨਾਲ ਸੰਬੰਧਿਤ ਇੱਕ ਖਾਸ ਖਤਰਾ ਪਾਵਰ ਟੇਕ ਆਫ ਜਾਂ PTO ਹੈ। ਫਸਣ ਨਾਲ ਮੌਤ ਹੋ ਸਕਦੀ ਹੈ। PTO ਦੇ ਚੱਲਣ ਵੇਲੇ ਪਰਾਂ ਰਹੋ ਅਤੇ ਇਹ ਪੱਕਾ ਕਰੋ ਕਿ ਗਾਰਡ ਲੱਗੇ ਹੋਏ ਹਨ। ਇਸ ਦੇ ਨਾਲ ਹੀ ਨਾਲ ਜੋੜੇ ਗਏ ਖੇਤੀਬਾੜੀ ਦੇ ਸੰਦਾਂ ਤੋਂ ਵੀ ਸੁਚੇਤ ਰਹੋ। ਬਹੁਤ ਸਾਰੀਆਂ ਤੋਂ ਚੀਰਨ ਅਤੇ ਕੱਟਣ ਦੇ ਖਤਰੇ ਹੁੰਦੇ ਹਨ ਅਤੇ ਇਹਨਾਂ ਦੇ ਚੁੰਡੀ ਪੁਆਇੰਟ, ਮਿੱਧਣ ਦੇ ਪੁਆਇੰਟ, ਸਪਰਿੰਗ ਅਤੇ ਲਪੇਟੇ ਵਿੱਚ ਲੈਣ ਦੇ ਪੁਆਇੰਟ ਹੁੰਦੇ ਹਨ। ਟਰੈਕਟਰ ਸਿਰਫ ਇੱਕ ਵਿਅਕਤੀ ਨੂੰ ਲਿਜਾਣ ਲਈ ਡਿਜ਼ਾਈਨ ਕੀਤੇ ਗਏ ਹਨ, ਚਾਲਕ। ਕਦੇ ਵੀ ਟਰੈਕਟਰ 'ਤੇ ਸਵਾਰੀ ਨਾ ਲਵੋ। ਟਰੈਕਟਰਾਂ ਦੀਆਂ ਅਣਸੁਰੱਖਿਅਤ ਹਾਲਤਾਂ ਬਾਰੇ ਆਪਣੇ ਸੁਪਰਵਾਈਜ਼ਰ ਨੂੰ ਦੱਸੋ।
ਹਿਫਾਜ਼ਤ ਦੇ ਨਿੱਜੀ ਸਾਜ਼ ਸਮਾਨ ਜਾਂ PPE ਦੀ ਵਰਤੋਂ ਕੰਮ ਕਰਨ ਦੀ ਸੁਰੱਖਿਅਤ ਹਾਲਤਾਂ ਲਈ ਜ਼ਰੂਰੀ ਹੈ। ਤੁਹਾਨੂੰ ਜਿਹੜੇ PPE ਦੀ ਲੋੜ ਪਵੇਗੀ ਉਹ ਇਹ ਚੀਜ਼ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿਹੜਾ ਕੰਮ ਕਰ ਰਹੇ ਹੋ। ਤੁਹਾਨੂੰ ਕੁਝ ਜਿਹੜੇ PPE ਦੀ ਲੋੜ ਪੈ ਸਕਦੀ ਹੈ ਉਹਨਾਂ ਵਿੱਚ ਸ਼ਾਮਲ ਹਨ ਸਟੀਲ ਦੇ ਪੰਜੇ ਵਾਲੇ ਬੂਟ, ਜ਼ਿਆਦਾ ਦਿਖਾਈ ਦੇਣ ਵਾਲੀ ਝੱਗੀ, ਨੈੱਟ, ਰਬੜ ਜਾਂ ਕੱਪੜੇ ਦੇ ਦਸਤਾਨੇ, ਰਬੜ ਦੇ ਬੂਟ, ਸਖਤ ਹੈਟ, ਕੰਨਾਂ ਵਿੱਚ ਪਾਉਣ ਵਾਲੇ ਮਫ ਜਾਂ ਪਲੱਗ, ਅੱਖਾਂ ਦੀ ਹਿਫਾਜ਼ਤ ਲਈ ਸਮਾਨ ਜਾਂ ਐਨਕਾਂ, ਸਵਾਸ ਯੰਤਰ ਜਾਂ ਹਿਫਾਜ਼ਤੀ ਸੂਟ। ਸਹੀ PPE ਤੁਹਾਡੇ ਕੰਮ ਮਾਲਕ ਵਜੋਂ ਦਿੱਤਾ ਜਾਣਾ ਹੈ ਅਤੇ ਉਸਨੇ ਤੁਹਾਨੂੰ ਇਹ ਟ੍ਰੇਨਡ ਕਰਨਾ ਹੈ ਕਿ ਇਹ ਕਿਵੇਂ ਅਤੇ ਕਿੱਥੇ ਵਰਤਣਾ ਹੈ। ਵਰਕਰ ਵਜੋਂ ਆਪਣੇ ਸਟੀਲ ਦੇ ਪੰਜੇ ਵਾਲੇ ਬੂਟ ਲੈਣ ਅਤੇ ਜਿਵੇਂ ਤੁਹਾਨੂੰ ਟ੍ਰੇਨਡ ਕੀਤਾ ਗਿਆ ਹੈ PPE ਨੂੰ ਸਹੀ ਤਰ੍ਹਾਂ ਵਰਤਣ ਅਤੇ ਕਾਇਮ ਰੱਖਣ ਦੀ ਜ਼ਿੰਮੇਵਾਰੀ ਤੁਹਾਡੀ ਹੈ। ਜੇ ਤੁਹਾਡਾ ਕੰਮ ਫਲਾਂ ਦੇ ਬਾਗ ਵਿੱਚ ਕੰਮ ਕਰਨ ਦਾ ਹੈ ਤਾਂ ਪੌੜੀ ਦੀ ਸਹੀ ਸੇਫਟੀ ਬਾਰੇ ਜਾਣਨਾ ਜ਼ਰੂਰੀ ਹੈ। ਪੌੜੀ ਨੂੰ ਸਹੀ ਤਰ੍ਹਾਂ ਲਾਉਣ ਨਾਲ ਕੰਮ ਦੀਆਂ ਸੁਰੱਖਿਅਤ ਹਾਲਤਾਂ ਯਕੀਨਨ ਬਣਾਉਣ ਵਿੱਚ ਮਦਦ ਹੋਵੇਗੀ। ਡਿੱਗਣ ਤੋਂ ਰੋਕਥਾਮ ਕਰਨ ਲਈ ਪੌੜੀ ਦੀਆਂ ਲੱਤਾਂ ਸਹੀ ਤਰ੍ਹਾਂ ਲਾਉਣਾ ਜ਼ਰੂਰੀ ਹੈ। ਜੇ ਲੱਤਾਂ ਜ਼ਿਆਦਾ ਭੀੜੀਆਂ ਹੋਣ ਤਾਂ ਇਹ ਸੌਖ ਨਾਲ ਟੇਢੀ ਹੋ ਸਕਦੀ ਹੈ। ਜੇ ਇਹ ਜ਼ਿਆਦਾ ਚੌੜੀਆਂ ਹੋਣ ਤਾਂ ਲੱਤਾਂ ਤੁਹਾਡੇ ਥੱਲਿਓਂ ਨਿਕਲ ਸਕਦੀਆਂ ਹਨ। ਇੱਕ ਚੰਗਾ ਨਿਯਮ, ਪੌੜੀ ਦੇ ਮੁੱਢ ਵਿੱਚ ਆਪਣੇ ਪੈਰ ਨਾਲ ਖੜੇ ਹੋਵੋ ਤੇ ਤੁਸੀਂ ਆਪਣੀ ਬਾਂਹ ਵਧਾ ਕੇ ਆਪਣੀਆਂ ਉਂਗਲਾਂ ਦੀ ਗੰਢ ਪੌੜੀ ਨੂੰ ਲਗਾ ਸਕੋ ਤਾਂ ਐਂਗਲ ਠੀਕ ਹੈ। ਕੰਮ ਮੁਤਾਬਕ ਢੁਕਵੀਂ ਲੰਬਾਈ ਵਾਲੀ ਪੌੜੀ ਵਰਤੋ। ਸਿਖਲੇ ਡੰਡੇ ਤੋਂ ਕੰਮ ਕਰਨਾ ਖਤਰਨਾਕ ਹੈ। ਅਗਾਂਹ ਪਹੁੰਚ ਕਰਨ ਦੀ ਬਜਾਏ ਪੌੜੀ ਨੂੰ ਮੂਵ ਕਰੋ। ਜੇ ਤੁਹਾਡਾ ਭਾਰ ਗ੍ਰੈਵਿਟੀ ਦੇ ਕੇਂਦਰ ਤੋਂ ਜ਼ਿਆਦਾ ਦੂਰ ਹੋਵੇ ਤਾਂ ਕੋਈ ਵੀ ਪੌੜੀ ਸੌਖਿਆਂ ਹੀ ਉਲਟ ਸਕਦੀ ਹੈ। ਕਦੇ ਵੀ ਟੁੱਟੇ ਡੰਡਿਆਂ ਜਾਂ ਟੁੱਟੀਆਂ ਲੱਤਾਂ ਵਾਲੀਆਂ ਪੌੜੀਆਂ ਨਾ ਵਰਤੋ। ਸਿਰਫ ਚੰਗੀ ਜਕੜ ਅਤੇ ਮਜ਼ਬੂਤ ਤਲਿਆਂ ਵਾਲੀਆਂ ਜੁੱਤੀਆਂ ਹੀ ਪਾਓ। ਢਲਾਣ 'ਤੇ ਕੰਮ ਕਰਨ ਵੇਲੇ ਪੋਲ ਨੂੰ ਢਲਾਣ ਦੇ ਤਲ ਵੱਲ ਨੂੰ 90 ਡਿਗਰੀ ਦੇ ਐਂਗਲ ਅਤੇ ਚੜ੍ਹਾਈ ਵੱਲ ਨੂੰ ਸੇਧਿਤ ਕਰਦੇ ਹੋਏ ਰੱਖੋ। ਐਮਰਜੈਂਸੀ ਵਿੱਚ ਸੰਪਰਕ ਕਰਨ ਦੀ ਜਾਣਕਾਰੀ ਤੁਹਾਡੇ ਫਾਰਮ ਦੇ ਹਰ ਟੈਲੀਫੋਨ ਦੇ ਨੇੜੇ ਲੱਗੀ ਹੋਈ ਹੈ। ਇਹ ਜਾਣਕਾਰੀ ਵਿੱਚ ਸ਼ਾਮਲ ਹੋਣਗੇ ਉਹ ਨੰਬਰ ਜਿਨ੍ਹਾਂ 'ਤੇ ਫੋਨ ਕਰਨਾ ਹੈ, ਫਾਰਮ ਦਾ ਨਾਂ, ਐਮਰਜੈਂਸੀ ਡਿਸਪੈਚਰ ਨੂੰ ਕੀ ਦੱਸਣਾ ਹੈ, ਫਾਰਮ ਨੂੰ ਆਉਣ ਲਈ ਹਦਾਇਤਾਂ ਅਤੇ ਹੋਰ ਜ਼ਰੂਰੀ ਜਾਣਕਾਰੀ। ਕਿਸੇ ਵੀ ਐਮਰਜੈਂਸੀ ਦੀ ਸੂਰਤ ਵਿੱਚ ਛੇਤੀ ਤੋਂ ਛੇਤੀ ਆਪਣੇ ਸੁਪਰਵਾਈਜ਼ਰ ਨੂੰ ਦੱਸੋ। ਜੇ ਤੁਹਾਡੇ ਮਨ ਵਿੱਚ ਕੋਈ ਵੀ ਸਵਾਲ ਹੋਣ ਜਾਂ ਜੇ ਤੁਸੀਂ ਇਸ ਵੀਡੀਓ ਵਿੱਚ ਪੇਸ਼ ਕੀਤੇ ਗਏ ਵਿਸ਼ਿਆਂ ਬਾਰੇ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋਵੋ ਤਾਂ ਕਿਰਪਾ ਕਰਕੇ ਆਪਣੇ ਕੰਮ ਮਾਲਕ ਜਾਂ ਸੁਪਰਵਾਈਜ਼ਰ ਨੂੰ ਕਹੋ ਕਿ ਉਹ ਫਾਰਸ਼ਾ ਨਾਲ ਸੰਪਰਕ ਕਰਨ। ਜੇ ਤੁਸੀਂ ਸੇਫਟੀ ਦੀ ਟ੍ਰੇਨਿੰਗ ਦੇ ਕੋਰਸਾਂ ਵਿੱਚ ਦਿਲਚਸਪੀ ਰੱਖਦੇ ਹੋਵੋ ਤਾਂ ਫਾਰਸਾ ਰਾਹੀਂ ਕਈ ਕੋਰਸ ਮਿਲਦੇ ਹਨ। ਕੁਝ ਇਹ ਹਨ। ਕੋਰਸਾਂ ਦੀ ਪੂਰੀ ਲਿਸਟ ਲਈ ਅਤੇ ਰਜਿਸਟਰ ਹੋਣ ਲਈ ਕਿਰਪਾ ਕਰਕੇ ਆਪਣੇ ਕੰਮ ਮਾਲਕ ਜਾਂ ਸੁਪਰਵਾਈਜ਼ਰ ਨਾਲ ਗੱਲ ਕਰੋ। ਸਾਡੀ ਖੇਤੀਬਾੜੀ ਦੀ ਇੰਡਸਟਰੀ ਵਿੱਚ ਤੁਹਾਡਾ ਸਵਾਗਤ ਹੈ। ਤੁਹਾਡੀ ਸੇਫਟੀ ਅਤੇ ਸਿਹਤ ਸਾਡਾ ਨੰਬਰ 1 ਫਿਕਰ ਹੈ। ਇਹ ਵੀਡੀਓ ਤੁਹਾਡੇ ਤੱਕ ਪਹੁੰਚਾ ਰਹੇ ਹਨ। ਮੁੱਖ ਤੌਰ ਤੇ ਧੰਨਵਾਦ ਹੈ। ਇਹ ਵੀਡੀਓ ਇਹਨਾਂ ਦੁਆਰਾ ਤਿਆਰ ਕੀਤੀ ਗਈ ਹੈ।